ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਤੀ 10 ਅਤੇ 11 ਨਵੰਬਰ 2020 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਬਾਣੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਵਿਸ਼ੇ ਉੱਪਰ 2 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਵਿਚਾਰਧਾਰਾ ਅਤੇ ਕਲਾਤਮਕ ਵਿਸ਼ੇਸ਼ਤਾ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਜਸਪਾਲ ਕੌਰ ਕਾਂਗ ਜੀ ਵੱਲੋਂ ਕੀਤੀ ਗਈ। ਮੱਧਕਾਲੀ ਸਾਹਿਤ ਅਤੇ ਗੁਰਮਤਿ ਸਾਹਿਤ ਦਾ ਅਧਿਐਨ ਡਾਕਟਰ ਜਸਪਾਲ ਕੌਰ ਕਾਂਗ ਜੀ ਦੀ ਖੋਜ ਦਾ ਵਿਸ਼ੇਸ਼ ਖੇਤਰ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾਕਟਰ ਜਸਪਾਲ ਕੌਰ ਕਾਂਗ ਜੀ ਨੇ ਗੁਰੂ ਸਾਹਿਬ ਦੁਆਰਾ ਰਚਿਤ ਬਾਣੀ ਦੀ ਕਲਾਤਮਕ ਵਿਸ਼ੇਸ਼ਤਾ ਅਤੇ ਵਿਚਾਰਧਾਰਾ ਬਾਬਤ ਅਹਿਮ ਗੱਲਾਂ ਕੀਤੀਆਂ। ਆਓ ਸੁਣਦੇ ਹਾਂ ਡਾਕਟਰ ਜਸਪਾਲ ਕੌਰ ਕਾਂਗ ਜੀ ਦੇ ਵਿਚਾਰ। मैं सब तो पहला तुहानू एड्रैस करदी हाँ कि पंजाबी विभाग दे जिहड़े चेयरमैन ने डॉक्टर सुरजीत सिंह जी, डॉक्टर लखवीर सिंह जी, डॉक्टर राजवंत जी, डॉक्टर सतनाम सिंह संधू, दीन भाषावां जी, सब का बहुत बहुत धन्यवाद करदी हाँ कि अज तुसीं मैनू मौका दिता है प्रधानगी करन दा। और प्रधानगी भी ऐसे वड्डे स्कॉलर दा डॉक्टर गुरमीत सिंह होरां दा कि जिन्हां ने गुरु तेग बहादुर साहब बारे, उन्हां दे जीवन बारे, उन्हां दे सामने जिहड़ियां समकाली परिस्थितियां बारे और उन्हां दी बाणी बारे, उन्हां दी बाणी दे कला पक्ष बारे बहुत कुछ सानू जिहड़ा है ना वो दस्सिया है कि एक स्कॉलर बंदे दी एक पहचान हुंदी है कि जदों वो बोलदा है किसी टैक्सट बारे तां वो उस टैक्सट दी परिक्रमा नहीं करदा, ਉਹਨੂੰ ਐਵੇਂ ਨਹੀਂ ਦੇਖਦਾ, ਸਗੋਂ ਅੰਦਰ ਚੁੱਭੀਆਂ ਮਾਰਦਾ ਟੈਕਸਟ ਦੇ ਅੰਦਰ ਤੇ ਉਹਦੇ ਵਿੱਚੋਂ ਫਿਰ ਉਹ ਕੱਢ ਕੇ ਲੈ ਕੇ ਆਂਦਾ ਉਹਦੀ ਵੱਤ ਤੇ ਉਹਦੀ ਕੱਥ ਤੇ ਉਹਦੀਆਂ ਜਿਹੜੀਆਂ ਫਾਰਮੂਲੇਸ਼ਨਸ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਡਾਕਟਰ ਗੁਰਮੀਤ ਸਿੰਘ ਹੋਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ ਦਾ, ਸਲੋਕਾਂ ਦਾ ਗਹਿਨ ਅਧਿਐਨ ਕੀਤਾ ਤੇ ਉਹਨਾਂ ਅਧਿਐਨ ਦੇ ਵਿੱਚੋਂ ਉਹਨਾਂ ਨੇ ਕੁਝ ਫਾਰਮੂਲੇਸ਼ਨਸ ਵੀ ਬਣਾਈਆਂ ਨੇ ਤੇ ਉਹ ਸਥਿਤੀਆਂ ਦਾ ਵੀ ਵਰਣਨ ਕੀਤਾ ਜੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਜਿਹੜੀਆਂ ਸਨ, ਜਿਨ੍ਹਾਂ ਦਾ ਬਾਣੀ ਦੇ ਉੱਤੇ ਪ੍ਰਭਾਵ ਜਿਹੜਾ ਹੈ ਉਹ ਆਮ ਦਿਖਾਈ ਦਿੰਦਾ ਹੈ। ਮੈਂ ਇਹ ਗੱਲ ਸ਼ੁਰੂ ਕਰਾਂਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਉਹਨਾਂ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਸਿਫਤਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਕਿ ਉਹ ਕਲਮ ਦੇ ਧਨੀ ਨੇ, ਉਹ ਤੇਗ ਦੇ ਧਨੀ ਨੇ, ਉਹ ਧਰਮ ਦੇ ਰਾਖੇ ਨੇ, ਉਹ ਮਾਨਵਤਾ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ, ਉਹ ਲੋਕਤੰਤਰੀ ਜਿਹੜੀਆਂ ਲੀਹਾਂ ਪਾਉਣ ਵਾਲੇ ਨੇ, ਉਹ ਭਗਤੀ ਤੇ ਸ਼ਕਤੀ ਦੇ ਪੁੰਜ ਨੇ, ਉਹ ਮੀਰੀ ਤੇ ਪੀਰੀ ਦਾ ਸੰਜੋਗ ਨੇ, ਜਾਂ ਅਸੀਂ ਕਹਾਂਗੇ ਸ਼ਸਤਰ ਤੇ ਸ਼ਾਸਤਰ ਦਾ ਉਹ ਸੁਮੇਲ ਨੇ, ਉਹ ਬਾਣੀ ਦੇ ਰਚਨਹਾਰੇ ਨੇ, ਉਹ ਸਿੱਖ ਧਰਮ ਦਾ ਵਿਸਤਾਰ ਕਰਨ ਵਾਲੇ ਨੇ, ਉਹ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੇ ਸ਼ਹਾਦਤ ਦੇ ਕਨਸੈਪਟ ਨੂੰ ਸਾਹਮਣੇ ਰੱਖਣ ਵਾਲੇ ਨੇ, ਜਿਹਦੀ ਬੜੀ ਵਿਸ਼ਵੀ ਪ੍ਰਸੰਗਕਤਾ ਹੈਗੀ ਹੈ। ਫਿਰ ਉਹ ਖੁਦ ਜਰਨੈਲ ਨੇ, ਮਰਜੀਵੜੇ ਨੇ, ਸਿਰਲੱਤ ਯੋਧੇ ਨੇ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਜਿਹੜਾ ਸ਼ਹਾਦਤ ਦਾ ਜਿਹੜਾ ਸੰਕਲਪ ਹੈ ਉਹਨੂੰ ਨਵੇਂ ਅਰਥ ਦਿੱਤੇ। ਹੁਣ ਉਹ ਨਵੇਂ ਅਰਥ ਕੀ ਨੇ? ਉਹ ਨਵੇਂ ਅਰਥ ਜਿਹੜੇ ਨੇ ਉਹ ਸ਼ਹਾਦਤ ਰਾਹੀਂ ਤੇ ਦਿੱਤੇ ਨੇ, ਪਰ ਉਹ ਬਾਣੀ ਵਿੱਚ ਵੀ ਨਵੇਂ ਅਰਥ ਨੇ। ਉਹਨਾਂ ਕੋਲ ਇੱਕ ਨਵਾਂ ਉਦੇਸ਼ ਹੈ, ਉਹਨਾਂ ਕੋਲ ਇੱਕ ਨਵੀਂ ਸੰਵੇਦਨਾ ਹੈ, ਉਹਨਾਂ ਕੋਲ ਇੱਕ ਪ੍ਰਯੋਜਨ ਹੈ ਜਿਹਦੇ ਲਈ ਉਹ ਸਾਨੂੰ ਜਗਾਉਣਾ ਚਾਹੁੰਦੇ ਨੇ। ਤੇ ਉਹ ਨਵਾਂ ਪ੍ਰਯੋਜਨ ਕੀ ਹੈ? ਉਹ ਨਵਾਂ ਸੰਦੇਸ਼ ਕੀ ਹੈ? ਗੁਰੂ ਸਾਹਿਬ ਜਿਹੜੇ ਨੇ ਉਹ ਬੜੇ ਸੰਵੇਦਨਾ ਵਾਲੇ ਨੇ। ਡਾਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਵੇਂ ਮਾਨਵਤਾ ਦੇ ਦੁੱਖ ਦੇ ਵਿੱਚ ਭਰ ਜਾਂਦੇ ਨੇ। ਜਦੋਂ ਵੀ ਉਹਨਾਂ ਨੂੰ ਕੋਈ ਆਪਣੀ ਬਾਹ ਪਕੜਨ ਲਈ ਕਹਿੰਦਾ ਹੈ ਨਾ, ਤੇ ਜਾਂ ਉਹ ਅੰਗ ਪਾਲਕ ਨੇ, ਉਹ ਬਾਹ ਵੀ ਪਕੜਦੇ ਨੇ, ਉਹ ਅੰਗ ਵੀ ਪਾਲਦੇ ਨੇ, ਪਰ ਜਿਹੜੀਆਂ ਉਹਨਾਂ ਦੇ ਦਰਪੇਸ਼ ਸਥਿਤੀਆਂ ਨੇ ਨਾ, ਉਹਨਾਂ ਦਾ ਵੀ ਡਟ ਕੇ ਮੁਕਾਬਲਾ ਕਰਦੇ ਨੇ। ਹੁਣ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਮਝਣ ਤੋਂ ਪਹਿਲਾਂ ਸਾਨੂੰ ਉਹਨਾਂ ਦੇ ਦਰਪੇਸ਼ ਜਿਹੜੀਆਂ ਸਥਿਤੀਆਂ ਨੇ ਨਾ, ਉਹਨਾਂ ਦਾ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜੀਆਂ ਸਥਿਤੀਆਂ ਨੇ ਇਹ ਕਿਸੇ ਵੀ ਸਾਹਿਤਕ ਸਿਰਜਣਾ ਦਾ ਆਧਾਰ ਬਣਦੀਆਂ ਨੇ।
ਬਾਕੀ ਜੇ ਉਂਝ ਦੇਖਿਆ ਜਾਏ ਤਾਂ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਹੈ ਉਹ ਕੋਈ ਅਲੱਗ ਵਿਚਾਰਧਾਰਾ ਨਹੀਂ, ਉਹ ਗੁਰਮਤ ਦੀ ਉਹੀ ਵਿਚਾਰਧਾਰਾ ਹੈ ਜੋ ਸਗੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਆ ਕੇ ਇੱਕ ਸੁਤੰਤਰ ਬਣ ਜਾਂਦੀ ਹੈ, ਇੱਕ ਸਥਾਪਤ ਬਣ ਜਾਂਦੀ ਹੈ, ਇੱਕ ਵਿਆਪਕ ਬਣ ਜਾਂਦੀ ਹੈ, ਇੱਕ ਡੂੰਘੇ ਅਰਥਾਂ ਵਾਲੀ ਬਣ ਜਾਂਦੀ ਹੈ, ਜਿਹਦੀ ਕੋਈ ਆਪਣੀ ਵੱਖਰੀ ਹੋਂਦ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਜਿਹੜੀ ਚੱਲ ਰਹੀ ਪਰੰਪਰਾ ਦੇ ਵਿੱਚੋਂ ਬਾਣੀ ਆ ਰਹੀ ਹੈ, ਕਿਉਂਕਿ ਹਰ ਇੱਕ ਨੇ ਕੋਲ ਆਪਣਾ ਇੱਕ ਨਿਵੇਕਲੀ ਸ਼ੈਲੀ ਹੈ, ਹਰ ਕੋਲ ਆਪਣਾ ਇੱਕ ਵੱਖਰਾ ਅਨੁਭਵ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਿਹੜਾ ਵੱਖਰਾ ਅਨੁਭਵ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਿਹੜੀ ਅਲੌਕਿਕ ਪ੍ਰਤਿਭਾ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਿਹੜੀ ਸ਼ੈਲੀ ਹੈ, ਉਹ ਉਸ ਜਿਹੜੀ ਬਾਣੀ ਹੈ ਉਹਨੂੰ ਵਿਆਪਕਤਾ ਦਿੰਦੀ ਹੈ, ਉਹਨੂੰ ਡੂੰਘਾਈ ਦਿੰਦੀ ਹੈ, ਉਹ ਉਹਦੇ ਵਿੱਚੋਂ ਜਿਹੜਾ ਉਦੇਸ਼ ਹੈ ਉਹਨੂੰ ਅਮਲ ਦਿੰਦੀ ਹੈ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਜ, ਜਿਵੇਂ ਡਾਕਟਰ ਗੁਰਮੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਕਿ ਮੁਗਲ ਹਕੂਮਤ ਦੇ ਅਤਿਆਚਾਰ ਦੇ ਸਾਹਮਣੇ ਹੈ। ਮੁਗਲ ਹਕੂਮਤ ਜਿਹੜੀ ਹੈ ਉਹ ਸਭ ਨੂੰ ਇੱਕ ਰੰਗ ਵਿੱਚ ਰੰਗ ਦੇਣਾ ਚਾਹੁੰਦੀ ਹੈ। ਉਹਦਾ ਰੀਜ਼ਨ ਕੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੇ ਵਿੱਚ ਔਰੰਗਜ਼ੇਬ ਜਿਹੜਾ ਹੈ ਉਹ ਗੱਦੀ ਦੇ ਉੱਤੇ ਬੈਠਾ ਹੈ, ਔਰ ਔਰੰਗਜ਼ੇਬ ਨੇ ਜਿਵੇਂ ਗੱਦੀ ਲਈ ਹੈ ਆਪਣੇ ਪਿਤਾ ਨੂੰ ਕੈਦ ਵਿੱਚ ਕਰਕੇ, ਆਪਣੇ ਭਰਾਵਾਂ ਨੂੰ ਮਾਰ ਕੇ, ਔਰ ਜੋ ਦਾਰਾ ਸ਼ਿਕੋ ਦੇ ਨਾਲ ਸਲੂਕ ਕਰਦਾ ਹੈ ਉਹਦਾ ਇਤਿਹਾਸ ਗਵਾਹ ਹੈ। ਇਸੇ ਤਰ੍ਹਾਂ ਜਿਹੜਾ ਸਰਮਦ ਸੂਫੀ ਕਵੀ ਹੈ ਉਹਨੂੰ ਜਿਹੜਾ ਹੈ ਉਹਨੂੰ ਖਤਮ ਕਰਦਾ ਹੈ, ਉਹਦਾ ਕਤਲ ਕਰਦਾ ਹੈ। ਤਾਂ ਔਰੰਗਜ਼ੇਬ ਦੇ ਬਾਰੇ ਵੀ ਉਸ ਦੇ ਮੁਸਲਮਾਨ ਹਲਕਿਆਂ ਦੇ ਵਿੱਚ ਨਾਰਾਜ਼ਗੀ ਹੈ, ਉਹਦੀ ਨਾਪਸੰਦਗੀ ਹੈ, ਤੇ ਉਹ ਜਾਣਦਾ ਹੈ ਕਿ ਮੇਰੀ ਇਹ ਜਿਹੜੀ ਨਾਪਸੰਦਗੀ ਹੈ ਮੈਨੂੰ ਲੋਕ ਜਿਹੜੇ ਨੇ ਹੁਣ ਪਸੰਦ ਨਹੀਂ ਕਰਦੇ ਹੈਗੇ। ਪਰ ਉਹ ਆਪਣੇ ਜਿਹੜੇ ਹਮਾਇਤੀ ਬੰਦੇ ਨੇ ਕਾਜ਼ੀਆਂ ਕੋਲੋਂ, ਮਲਾਣਿਆਂ ਕੋਲੋਂ ਇਹ ਪੁੱਛਦਾ ਹੈ ਕਿ ਮੈਂ ਹੁਣ ਹਰ ਦਿਲ ਅਜ਼ੀਜ਼ ਕਿਵੇਂ ਬਣ ਸਕਦਾ ਵਾਂ। ਤਾਂ ਉਹਨੂੰ ਦੱਸਦੇ ਨੇ ਕਿ ਤੂੰ ਹੁਣ ਵੀ ਹਰ ਦਿਲ ਅਜ਼ੀਜ਼ ਬਣ ਸਕਦਾ ਹੈ ਜੇ ਤੂੰ ਸਾਰੇ ਹਿੰਦੂ ਸਮਾਜ ਨੂੰ ਆਪਣੇ ਇਸਲਾਮ ਦੇ ਵਿੱਚ ਲੈ ਆਵੇਂ। ਇਹ ਗੱਲ ਜਿਹੜੀ ਹੈ ਉਹਦੇ ਦਿਲ ਨੂੰ ਲੱਗ ਜਾਂਦੀ ਹੈ ਕਿ ਮੈਂ ਆਪਣੇ ਪੁਰਾਣੇ ਜਿਹੜੇ ਕੀਤੇ ਕੁਕਰਮ ਹੈਗੇ ਨੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਢੱਕ ਸਕਦਾ ਵਾਂ। ਇਹ ਇੱਕ ਫੌਰੀ ਕਾਰਨ ਹੈ। ਕਾਰਨ ਤਾਂ ਪਿੱਛੋਂ ਹੀ ਚੱਲਦੇ ਆ ਰਹੇ ਨੇ। ਬਾਬਿਆਂ ਦਾ ਮੁਗਲਾਂ ਦੇ ਨਾਲ ਜਿਹੜਾ ਤਣਾਅ ਹੈ ਉਹ ਸ਼ਕਤੀ ਤੇ ਭਗਤੀ ਦਾ ਚੱਲਦਾ ਹੀ ਆ ਰਿਹਾ, ਕਿਉਂਕਿ ਜਿਹੜਾ ਵੀ ਸਾਮਰਾਜ ਦੇ ਉੱਤੇ ਹੋਏਗਾ, ਜਿਹੜਾ ਵੀ ਹਕੂਮਤ ਦੇ ਨਸ਼ੇ ਵਿੱਚ ਹੋਏਗਾ, ਉਹ ਇਹ ਨਹੀਂ ਚਾਹੇਗਾ ਕਿ ਮੇਰੇ ਪੈਰਲਲ ਇੱਕ ਅਜਿਹੀ ਸੱਤਾ ਕਾਇਮ ਹੋ ਜਾਏ ਜਿਹਦੇ ਤੋਂ ਮੈਨੂੰ ਬਗਾਵਤ ਦਾ ਡਰ ਲੱਗੇ। ਔਰ ਇਤਿਹਾਸਕਾਰ ਦੱਸਦੇ ਨੇ, ਬਹੁਤ ਸਾਰੇ ਇਤਿਹਾਸਕਾਰ ਇਹ ਦੱਸਦੇ ਨੇ ਕਿ ਜਿਹੜਾ ਜਹਾਂਗੀਰ ਵੀ ਸੀ ਜਾਂ ਜਿਹੜਾ ਔਰੰਗਜ਼ੇਬ ਵੀ ਸੀ, ਉਹ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਜਿਹਦੀ ਮੈਨੂੰ ਕਹਿੰਦਾ ਸੀ ਵੀ ਇਹ ਝੂਠ ਦੀ ਦੁਕਾਨ ਹੈ ਤੇ ਇਹਨੂੰ ਤਾਂ ਹੀ ਬਖਸ਼ਿਆ ਜਾ ਸਕਦਾ ਹੈ ਜੇ ਇਸਲਾਮ ਦੇ ਘੇਰੇ ਵਿੱਚ ਆ ਜਾਵੇ। ਪਰ ਉਹਨਾਂ ਦੇ ਜਿਹੜਾ ਸਿੱਖ ਧਰਮ ਦਾ ਜਿਹੜਾ ਤਾਮ ਝਾਮ ਹੈ, ਸਿੱਖ ਧਰਮ ਦਾ ਜਿਹੜਾ ਗ੍ਰੰਥ ਹੈ, ਸਿੱਖ ਧਰਮ ਵੱਲੋਂ ਜਿਹੜੇ ਨਗਰ ਵਸਾਏ ਜਾ ਰਹੇ ਨੇ, ਸਿੱਖ ਧਰਮ ਦੀ ਜਿਹੜੀ ਲੋਕਪ੍ਰਿਯਤਾ ਹੈ, ਸਿੱਖ ਧਰਮ ਦੀ ਜਿਹੜੀ ਲੰਗਰ ਪੰਗਤ ਸੰਗਤ ਦੀਆਂ ਜਿਹੜੀਆਂ ਸੁਨਹਿਰੀ ਰਵਾਇਤਾਂ ਨੇ, ਜਾਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਹੈ, ਜਾਂ ਸਹਿ ਹੋਂਦ ਹੈ, ਜਾਂ ਇਸਲਾਮ ਮੁਸਲਮਾਨਾਂ ਵੱਲੋਂ ਵੀ ਉਹਨਾਂ ਨੂੰ ਬਹੁਤ ਵੱਡਾ ਸਹਿਯੋਗ ਤੇ ਉਹਨਾਂ ਦੇ ਉਹ ਸਾਰੇ ਜਿਹੜੇ ਹੈਗੇ ਨੇ ਉਪਾਸ਼ਕ ਹੈਗੇ ਨੇ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਜਿਹੜੀ ਮੁਗਲ ਸਾਮਰਾਜ ਹੈ ਉਹਨੂੰ ਡਰ ਪੈਦਾ ਹੋ ਰਿਹਾ ਹੈ ਕਿ ਇੱਕ ਪੈਰਲਲ ਸਰਕਾਰ ਇੱਕ ਜਿਹੜੀ ਹੈ ਨਾ ਉਹ ਚਲਦੀ ਜਾ ਰਹੀ ਹੈ, ਜਿਹਨੇ ਕਲਗੀ ਵੀ ਲਾਈ ਹੋਈ ਹੈ, ਘੋੜਿਆਂ ਤੇ ਵੀ ਚੜੇ ਹੋਏ ਨੇ, ਸ਼ਸਤਰ ਵੀ ਸਜਾਏ ਹੋਏ ਨੇ, ਔਰ ਉਹ ਨਿਡਰ ਨੇ। ਸੋ ਇਹੋ ਜਿਹੀ ਜਮਾਤ ਨੂੰ ਸਨੱਬ ਕਰਨਾ ਇਹ ਇੱਕ ਕੁਦਰਤੀ ਗੱਲ ਹੁੰਦੀ ਹੈ ਜਿਹੜੀ ਸੱਤਾ ਜਿਹੜੀ ਹੈ ਉਹ ਰਾਜ ਕਰ ਰਹੀ ਹੋਵੇ। ਤੇ ਦੂਜੇ ਪਾਸੇ ਜਿਹੜੀ ਦੂਜੀ ਧਿਰ ਹੈ ਉਹ ਜੇ ਇੰਨੀ ਜਾਗਰੂਕ ਹੋਵੇ ਤੇ ਉਹਨੂੰ ਪਤਾ ਹੋਵੇ ਕਿ ਵੀ ਇਸ ਸੱਤਾ ਨੂੰ ਕਿਵੇਂ ਉਡਾਉਣਾ ਹੈ। ਪਰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਜਿਹੜੀਆਂ ਸਥਿਤੀਆਂ ਸਨ ਉਹ ਬਹੁਤ ਮਾੜੀਆਂ ਸਨ। ਇੱਕ ਸਥਿਤੀ ਤਾਂ ਇਹ ਸੀਗੀ ਕਿ ਘਰੋਗੀ ਜਿਹੜੇ ਝਗੜੇ ਸਨ ਉਹਨਾਂ ਦੇ, ਹੈ ਨਾ, ਜਦੋਂ ਗੁਰੂ ਗੱਦੀ
ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੀ ਹੈ ਤਾਂ ਉਹ ਜਿਹੜੇ ਘਰੋਗੀ ਝਗੜੇ ਸਨ ਉਹਨਾਂ ਨੇ ਵੀ ਸਲਤਨਤ ਦੇ ਨਾਲ ਸਾਂਝ ਪਾਈ ਹੋਈ ਸੀਗੀ। ਤੇ ਡਾਕਟਰ ਗਰੇਵਾਲ ਜਦੋਂ ਇਹ ਕਹਿੰਦਾ ਨਾ, ਡਾਕਟਰ JS ਗਰੇਵਾਲ, ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣੇ ਸਮੇਂ ਦੇ ਵਿੱਚ ਗੁਰੂ ਗੱਦੀ ਨੂੰ ਗ੍ਰਹਿਣ ਕਰਨਾ ਹੀ ਇੱਕ ਬਹੁਤ ਹੌਸਲੇ ਵਾਲਾ ਕੰਮ ਸੀ। ਕਿਉਂਕਿ ਗੁਰੂ ਗੱਦੀ ਲੈਣੀ ਜਿਹੜੀ ਸੀ ਉਸ ਵੇਲੇ ਔਰੰਗਜ਼ੇਬ ਦੇ ਨਾਲ ਇੱਕ ਸਿੱਧੀ ਨਾਰਾਜ਼ਗੀ ਮੁੱਲ ਲੈਣੀ ਸੀ। ਪਰ ਗੁਰੂ ਸਾਹਿਬ ਇਹਨਾਂ ਸਥਿਤੀਆਂ ਦੀ ਕਿੱਥੇ ਪਰਵਾਹ ਕਰਦੇ ਨੇ, ਉਹ ਤਾਂ ਸਗੋਂ ਹੋਰ ਜਿਹੜੇ ਨੇ ਇਸ ਪਾਸੇ ਵੱਲ ਵਧਦੇ ਨੇ। ਉਹਨਾਂ ਦੇ ਸਾਹਮਣੇ ਦੋ ਚਿੰਤਾਵਾਂ ਨੇ। ਇੱਕ ਤਾਂ ਭਾਰਤ ਦੀ ਇਹ ਚਿੰਤਾ ਹੈ ਕਿ ਭਾਰਤ ਜਿਹੜਾ ਹੈ ਇਸ ਵੇਲੇ ਬੜੀ ਕਮਜ਼ੋਰ ਸਥਿਤੀ ਦੇ ਵਿੱਚ ਹੈ, ਬਹੁਤ ਕਮਜ਼ੋਰ ਸਥਿਤੀ ਦੇ ਵਿੱਚ ਹੈ, ਔਰ ਉਹ ਵੰਡਿਆ ਹੋਇਆ ਜਾਤੀ ਵਿਤਕਰਿਆਂ ਵਿੱਚ, ਊਚ ਨੀਚ ਵਿੱਚ, ਛੂਤ ਛਾਤ ਵਿੱਚ। ਬ੍ਰਾਹਮਣੀ ਸੱਤਾ ਨੇ ਸ਼ੂਦਰਾਂ ਨੂੰ ਜੀਵਨ ਦੇ ਯੋਗ ਹੀ ਨਹੀਂ ਰੱਖਿਆ ਹੋਇਆ। ਸੋ ਗੁਰੂ ਸਾਹਿਬ ਦੇ ਸਾਹਮਣੇ ਇੱਕ ਵੱਡੀ ਜ਼ਿੰਮੇਵਾਰੀ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਸਮਾਨ ਲੈ ਕੇ ਉਹਨਾਂ ਨੂੰ ਜਥੇਬੰਦ ਕੀਤਾ ਜਾਏ, ਉਹਨਾਂ ਨੂੰ ਇੱਕ ਚੇਤਨ ਕੀਤਾ ਜਾਏ ਕਿ ਇਸ ਵੇਲੇ ਦਾ ਜਿਹੜਾ ਸਮਾਂ ਹੈ ਉਹ ਸੌਣ ਦਾ ਨਹੀਂ ਹੈ, ਇਸ ਵੇਲੇ ਦਾ ਸਮਾਂ ਆਲਸ ਦਾ ਨਹੀਂ ਹੈ, ਜਾਂ ਇਸ ਵੇਲੇ ਦਾ ਸਮਾਂ ਇਹ ਨਹੀਂ ਹੈ ਕਿ ਤੁਸੀਂ ਆਪਸ ਵਿੱਚ ਹੀ ਟੁੱਟੇ ਰਹੋ। ਇਸੇ ਲਈ ਗੁਰੂ ਸਾਹਿਬ, ਜਿਵੇਂ ਡਾਕਟਰ ਗੁਰਮੀਤ ਸਿੰਘ ਨੇ ਦੱਸਿਆ, ਬਹੁਤ ਸਾਰੇ ਸਫ਼ਰ ਕਰਦੇ ਨੇ, ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂਦੇ ਨੇ, ਪੂਰਬ ਵਿੱਚ ਜਾਂਦੇ ਨੇ, ਉੱਥੇ ਜਾ ਕੇ ਪ੍ਰਚਾਰ ਕਰਦੇ ਨੇ ਕਿ ਜੇ ਕੋਈ ਤੁਹਾਡੇ ਕੋਲੋਂ ਧਰਮ ਜ਼ਬਰਦਸਤੀ ਖੋਵੇ ਤਾਂ ਤੁਸੀਂ ਧਰਮ ਦੇ ਉੱਤੇ ਅੜੇ ਰਹਿਣਾ ਹੈ। ਸੋ ਆਪਣੀਆਂ ਇਖਲਾਕੀ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਉਹਨਾਂ ਨੂੰ ਸਮਝਾਉਂਦੇ ਨੇ। ਤੇ ਸਭ ਤੋਂ ਵੱਡੀ ਜਿਹੜੀ ਨਵੀਂ ਸੋਚ ਉਹਨਾਂ ਨੂੰ ਦੱਸਦੇ ਨੇ ਨਾ, ਉਹ ਨਵੀਂ ਸੋਚ ਇਹ ਦੱਸਦੇ ਨੇ ਕਿ ਤੁਸੀਂ ਆਤਮਿਕ ਤੌਰ ਤੇ ਦ੍ਰਿੜ ਰਹਿਣਾ, ਆਤਮਿਕ ਤੌਰ ਤੇ ਡੋਲਣਾ ਨਹੀਂ ਹੈ। ਸੋ ਆਤਮਿਕ ਤੌਰ ਦੇ ਉੱਤੇ ਦ੍ਰਿੜ ਰਹਿਣ ਦੇ ਲਈ ਉਹ ਭਾਰਤੀ ਜਨਤਾ ਨੂੰ ਜਿਹੜੀ ਖੰਡ ਹੋਈ ਹੈ ਉਹਨੂੰ ਸਮਾਨਤਾ ਬਖਸ਼ਦੇ ਨੇ, ਉਹਨਾਂ ਨੂੰ ਆਪਣੀਆਂ ਚਲਾਈਆਂ ਪ੍ਰਥਾਵਾਂ ਦੇ ਨਾਲ ਸਮਾਨ ਬਣਾਉਂਦੇ ਨੇ। ਔਰ ਨਿਹੱਥੇ ਨਿਮਾਣੇ ਤੇ ਨਿਤਾਣੇ ਲੋਕਾਂ ਲਈ ਉਹਨਾਂ ਦੀ ਬਾਣੀ ਵੀ ਤੇ ਉਹ ਆਪ ਵੀ ਇੱਕ ਸ਼ਰਨ ਭੂਮੀ ਬਣਦੇ ਨੇ, ਜਿਹਦੀ ਗੱਲ ਡਾਕਟਰ ਤਰਲੋਕ ਸਿੰਘ ਕੰਵਰ ਕਰਦਾ ਹੈ ਕਿ ਵੀ ਜਿਹੜੀ ਗੁਰਬਾਣੀ ਹੈ ਉਹ ਨਿਮਾਣਿਆਂ ਨਿਤਾਣਿਆਂ ਨਿਉਟਿਆਂ ਦੇ ਲਈ ਇੱਕ ਸ਼ਰਨ ਭੂਮੀ ਬਣਦੀ ਹੈ ਕਿ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਬਾਹ ਫੜਨ ਵਾਲਾ ਕੋਈ ਹੈ, ਸਾਨੂੰ ਕੋਈ ਸਤਿਕਾਰ ਦੇਣ ਵਾਲਾ ਹੈ। ਸੋ ਇੱਕ ਤਾਂ ਸੰਕਟ ਇਹ ਸੀ ਕਿ ਸਾਰਾ ਭਾਰਤ ਜਿਹੜਾ ਸੀ ਉਹ ਖੰਡ ਜਾਤੀ ਵਿਤਕਰਿਆਂ ਦੇ ਵਿੱਚ, ਅਸਮਾਨਤਾ ਦੇ ਵਿੱਚ ਛੂਤ ਛਾਤ ਹੋਇਆ ਹੋਇਆ ਸੀ, ਜਿਹਨੂੰ ਗੁਰੂ ਸਾਹਿਬ ਨੇ ਇਕੱਠਾ ਕਰਨਾ ਸੀ ਔਰ ਉਹਨਾਂ ਦੇ ਅੰਦਰ ਇੱਕ ਜਾਗਰਤੀ ਪੈਦਾ ਕਰਨੀ ਸੀ। ਤੇ ਦੂਜਾ ਵੱਡਾ ਆਤੰਕ ਜਿਹੜਾ ਮੁਗਲ ਸਾਮਰਾਜ ਨੇ ਫੈਲਾਇਆ ਹੋਇਆ ਸੀਗਾ ਉਹ ਇਹ ਸੀਗਾ ਵੀ ਉਹਨਾਂ ਦੇ ਸਾਹਮਣੇ ਇੱਕ ਸਿਰੜ ਇਹ ਸੀ ਕਿ ਅਸੀਂ ਕਿਸੇ ਤਰ੍ਹਾਂ ਭਾਰਤ ਦੀ ਜਨਤਾ ਨੂੰ ਇਸਲਾਮ ਦੇ ਵਿੱਚ ਬਦਲਣਾ। ਤੇ ਭਾਰਤ ਦੀ ਜਨਤਾ ਜਿਹੜੀ ਇਹਨਾਂ ਤੋਂ ਸਤੀ ਹੋਈ ਸੀ ਬ੍ਰਾਹਮਣੀ ਸੱਤਾ ਤੋਂ ਕਿ ਉਹਨਾਂ ਨੂੰ ਸਮਾਨਤਾ ਦਾ ਅਧਿਕਾਰ ਨਹੀਂ ਦਿੰਦੀ, ਉਹ ਇਸ ਲਈ ਇਸਲਾਮ ਵਾਲੇ ਪਾਸੇ ਪਰਤ ਰਹੀ ਸੀ, ਉਹ ਇਸਲਾਮ ਧਾਰਨ ਕਰ ਰਹੀ ਸੀ। ਸੋ ਗੁਰੂ ਸਾਹਿਬ ਦੇ ਸਾਹਮਣੇ ਇੱਕ ਤਾਂ ਉਸ ਸਮੇਂ ਸਮਾਨਤਾ ਦੀ ਗੱਲ ਕਰਨੀ, ਭਾਰਤ ਦੇ ਭੂਖੰਡ ਨੂੰ ਇਕੱਠਿਆ ਕਰਨਾ, ਤੇ ਤੀਜੀ ਗੱਲ ਹੈਗੀ ਸੀ ਕਿ ਉਹਨਾਂ ਦੇ ਅੰਦਰ ਸ਼ਕਤੀ ਪੈਦਾ ਕਰਨੀ। ਸੋ ਸ਼ਕਤੀ ਉਹਨਾਂ ਨੇ ਕਿਵੇਂ ਪੈਦਾ ਕੀਤੀ? ਸ਼ਕਤੀ ਦੇ ਲਈ ਜਿਹੜੀ ਉਹ ਬਾਰ-ਬਾਰ ਆਪਣੀ ਬਾਣੀ ਦੇ ਵਿੱਚ ਮੌਤ ਦੀ ਗੱਲ ਕਰਦੇ ਨੇ, ਬਾਰ-ਬਾਰ ਜੀਵਨ ਦੀ ਅਸਥਿਰਤਾ ਦੀ ਗੱਲ ਕਰਦੇ ਨੇ ਕਿ ਵੀ ਇਹ ਜੀਵਨ ਜਿਹੜਾ ਨਾ ਜੈਸੇ ਜਲ ਤੇ ਬੁਦਬੁਦਾ ਉਪਜੋ ਮਨਸਿਓ ਨੀਤ, ਜਾਂ ਜਦੋਂ ਇਹ ਕਹਿੰਦੇ ਨੇ ਕਿ ਵੀ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ। ਸੋ ਉਹ ਪਹਿਲੇ ਪੱਧਰ ਦੇ ਉੱਤੇ ਭਾਰਤੀ ਜਨਤਾ ਨੂੰ ਇਹ ਸਮਝਾਉਂਦੇ ਨੇ ਕਿ ਇਹ ਜਿਹੜੇ ਮਾਇਆ ਮੋਹ ਤੇ ਜਿਹੜਾ ਪਦਾਰਥਾਂ ਦਾ ਇਹ ਜਿਹੜਾ ਰਸ ਹੈ, ਇਹ ਸਾਰੀਆਂ ਚੀਜ਼ਾਂ ਅਸਥਾਈ ਨੇ। ਔਰ ਬਾਰ-ਬਾਰ ਫਿਰ ਇਹ ਵੀ ਸਮਝਾਉਂਦੇ ਨੇ ਕਿ ਵੀ ਮਨੁੱਖ ਦੇ ਮਨ ਨੂੰ ਇਹਨਾਂ ਪਦਾਰਥਾਂ ਤੋਂ ਰੋਕਣਾ ਬੜਾ ਕਠਿਨ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿੰਨੀ ਗੁਰਮੁਖ ਜਾਤਾ। ਸੋ ਉਹ ਉਹਨਾਂ ਨੂੰ ਅਜਿਹੀ ਸਥਿਤੀ ਦੇ ਉੱਤੇ ਲੈ ਕੇ ਜਾਣਾ ਚਾਹੁੰਦੇ ਨੇ ਜਿੱਥੇ ਉਹ ਸ਼ਬਦ ਨਾਲ ਜੁੜਨ, ਕਿਉਂਕਿ ਸ਼ਬਦ ਜਿਹੜਾ ਹੈ
ਉਹਦੇ ਵਿੱਚ ਬ੍ਰਹਮ ਦੀ ਤਾਕਤ ਹੈ, ਤੇ ਜੇ ਉਹ ਸ਼ਬਦ ਨਾਲ ਜੁੜਨਗੇ ਤਾਂ ਉਹਨਾਂ ਦੇ ਅੰਦਰ ਤਾਕਤ ਆਏਗੀ। ਦੂਜੀ ਗੱਲ ਇਹ ਹੈ ਕਿ ਕਾਲ ਬਾਰੇ ਇਹ ਸਮਝਾਣਾ ਕਿ ਕਾਲ ਤਾਂ ਸਭ ਨੂੰ ਹੀ ਆਣਾ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ शिव जी ਅਵਤਾਰਾ, ਕਾਲ ਪਾਏ ਕਰ ਬ੍ਰਸਮ ਪ੍ਰਗਾਸਾ, ਸਗਲ ਕਾਲ ਕੀਆ ਤਮਾਸਾ। ਇਹ ਤੁਕਾਂ ਭਾਵੇਂ ਬਾਅਦ ਦੀਆਂ ਨੇ, ਇਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੀਆਂ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਵੀ ਬਾਰ-ਬਾਰ ਕਾਲ ਦੀ ਗੱਲ ਕਰਦੇ ਹੋਏ ਇਹ ਸਮਝਾਉਂਦੇ ਨੇ ਕਿ ਕਾਲ ਨੇ ਤਾਂ ਆਣਾ ਹੀ ਆਣਾ। ਤੇ ਜੇ ਬੰਦੇ ਨੇ ਬੇਗੈਰਤ ਹੋ ਕੇ ਮਰਨਾ, ਉਹਦੇ ਸਾਹਮਣੇ ਦੋ ਸਥਿਤੀਆਂ ਨੇ। ਇੱਕ ਸਥਿਤੀ ਹੈ ਬੇਗੈਰਤ ਹੋ ਕੇ ਮਰਨ ਦੀ, ਹੈ ਨਾ, ਤੇ ਦੂਜੀ ਸਥਿਤੀ ਹੈ ਕਿ ਗੈਰਤਮੰਦ ਹੋ ਕੇ ਮਰਨ ਦੀ। ਜੇ ਉਹ ਗੈਰਤਮੰਦ ਹੋ ਕੇ ਮਰਦਾ ਤਾਂ ਫਿਰ ਉਹ ਮਰਦਾ ਨਹੀਂ, ਉਹ ਅਮਰ ਹੁੰਦਾ। ਤੇ ਪਰਮਾਤਮਾ ਵੀ ਅਜਿਹੇ ਮਨੁੱਖ ਨੂੰ ਪਿਆਰ ਕਰਦਾ ਹੈ ਜਿਹੜਾ ਸਮਾਜ ਦੇ ਲਈ ਏਡੀ ਵੱਡੀ ਕੁਰਬਾਨੀ ਕਰਦਾ ਹੈ। ਤੇ ਜੇ ਉਹ ਬੇਗੈਰਤ ਹੋ ਕੇ ਜੀਣਾ ਚਾਹੁੰਦਾ ਹੈ ਤਾਂ ਫਿਰ ਉਹ ਆਵਾਗਮਨ ਦੇ ਚੱਕਰ ਦੇ ਵਿੱਚ ਜਿਹੜਾ ਹੈ ਉਹ ਚੱਲਦਾ ਰਹੇਗਾ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਜੀਵੇ ਪਤ ਲੱਥੀ ਜਾਵੇ, ਸਭ ਹਰਾਮ ਜੇਤਾ ਕਿਛ ਖਾਏ। ਉਹ ਵਾਸਤਾ ਪਾਉਂਦੇ ਨੇ ਕਿ ਤੁਸੀਂ ਗੈਰਤਮੰਦ ਹੋ ਕੇ ਜੀਓ, ਤੁਸੀਂ ਅਣਖ ਨਾਲ ਜੀਓ, ਤੁਸੀਂ ਸਵੈਮਾਨ ਦੇ ਨਾਲ ਜੀਓ, ਤੇ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਤੁਹਾਡੇ ਅੰਦਰ ਨੇ ਜਾਂ ਬਾਹਰ ਨੇ, ਅੰਦਰਲਾ ਕਾਮ ਕ੍ਰੋਧ ਹੈ, ਬਾਹਰੋਂ ਜਿਹੜਾ ਹੈ ਪਦਾਰਥ ਦਾ ਸੰਸਾਰ ਹੈ, ਇਹਦੇ ਨਾਲੋਂ ਇੱਕ ਨਿਰਲੇਪਤਾ ਧਾਰਨ ਕਰੋ। ਇਹ ਨਿਰਲੇਪਤਾ ਜਿਹੜੀ ਹੈ ਉਹ ਸਮਝਾਉਂਦੇ ਨੇ ਨਾ, ਇਹ ਸਮਝਣ ਵਾਲੀ ਗੱਲ ਹੈ। ਨਿਰਲੇਪਤਾ ਇਸ ਲਈ ਸਮਝਾਉਂਦੇ ਨੇ ਕਿ ਇਹ ਨਿਰਲੇਪਤਾ ਜੋਗੀਆਂ ਵਾਲੀ ਨਿਰਲੇਪਤਾ ਨਹੀਂ ਹੈ। ਨਾ ਉਹ ਕਹਿੰਦੇ ਨੇ ਵੀ ਤੁਸੀਂ ਗ੍ਰਸਤ ਛੱਡ ਜਾਓ, ਨਾ ਉਹ ਕਹਿੰਦੇ ਨੇ ਤੁਸੀਂ ਸਮਾਧੀਆਂ ਲਾ ਲਓ, ਨਾ ਉਹ ਕਹਿੰਦੇ ਨੇ ਵੀ ਤੁਸੀਂ ਆਪਣੀਆਂ ਸ਼ਕਤੀਆਂ ਜਗਾ ਲਓ। ਇਹ ਨਿਰਲੇਪਤਾ ਜਿਹੜੀ ਹੈ ਕਿ ਉਹ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਇਸ ਵੇਲੇ ਸਾਡੇ ਸਾਹਮਣੇ ਕ੍ਰਾਈਸਿਸ ਹੈ, ਇਸ ਕ੍ਰਾਈਸਿਸ ਦੇ ਉੱਤੇ ਜਿੱਤ ਪਾਉਣ ਦੇ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਉਪਰਾਮਤਾ ਚਾਹੀਦੀ ਹੈ, ਕਿਉਂਕਿ ਇਹ ਚੀਜ਼ਾਂ ਰਾਹ ਦੇ ਵਿੱਚ ਰੋੜੇ ਅਟਕਾਉਂਦੀਆਂ ਨੇ। ਜਿੰਨਾ ਮਨ ਚੰਚਲ ਹੋਏਗਾ, ਜਿੰਨਾ ਪਦਾਰਥ ਦਾ ਲਾਲਚ ਸਾਨੂੰ ਬਾਹਰੋਂ ਆਏਗਾ, ਜਿੰਨਾ ਹੰਕਾਰ ਹੋਏਗਾ, ਜਿੰਨਾ ਵੀ ਮਨ ਦੇ ਉੱਤੇ ਨਿਯੰਤਰਣ ਨਹੀਂ ਹੋਏਗਾ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਜਿਸ ਅਕੀਦੇ ਨੂੰ ਜਿੱਤਣਾ ਹੈ ਉਸ ਜਿੱਤਣ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਨੇ। ਸੋ ਇਹ ਉਪਰਾਮਤਾ ਜਿਹੜੀ ਹੈ ਇਹਨਾਂ ਚੀਜ਼ਾਂ ਤੋਂ ਰੱਖਣੀ ਹੈ। ਔਰ ਦੂਜੀ ਗੱਲ ਹੈ ਕਿ ਇਹ ਉਪਰਾਮਤਾ ਹੀ ਜਿਹੜੀ ਹੈ ਨਾ, ਇਹ ਵਿਰਾਗ ਪੈਦਾ ਕਰਦੀ ਹੈ। ਜਦੋਂ ਸਾਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ, ਜਦੋਂ ਸਾਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਕਿ ਇਸ ਜਨਮ ਵਿੱਚ ਆ ਕੇ ਸਾਡੀ ਇੱਕ ਡਿਊਟੀ ਹੈ, ਇੱਕ ਆਪਣੇ ਪ੍ਰਤੀ ਹੈ, ਇੱਕ ਸਮਾਜ ਪ੍ਰਤੀ ਹੈ, ਇੱਕ ਆਪਣੀ ਕੌਮ ਪ੍ਰਤੀ ਹੈ। ਜੇ ਅਸੀਂ ਉਹ ਡਿਊਟੀ ਨਹੀਂ ਨਿਭਾਉਂਦੇ ਤੇ ਅਸੀਂ ਆਪਣੀ ਵਿਲਾਸਤਾ ਦੇ ਵਿੱਚ ਜੀਵਨ ਆਪਣਾ ਜੀਉ ਕੇ ਚਲੇ ਜਾਂਦੇ ਹਾਂ, ਤੇ ਉਸ ਜੀਵਨ ਜੀਉਣ ਦਾ ਕੋਈ ਫਾਇਦਾ ਨਹੀਂ, ਉਹ ਤਾਂ ਫਿਰ ਆਵਾਗਮਨ ਦੇ ਚੱਕਰ ਵਿੱਚ ਹੀ ਰਹਿੰਦਾ ਹੈ। ਸੋ ਗੁਰੂ ਸਾਹਿਬ ਜਿਹੜੇ ਨੇ ਉਹ ਜਿਹੜਾ ਕੱਟੜਪਨ ਹੈ ਮੁਗਲ ਰਾਜਿਆਂ ਦਾ, ਜਿਹੜਾ ਜ਼ਬਰਦਸਤੀ ਉਹਨਾਂ ਨੂੰ ਆਪਣੇ ਧਰਮ ਵਿੱਚ ਕਨਵਰਟ ਕਰਨਾ ਹੈ, ਉਹਦੇ ਲਈ ਇੱਕ ਤਾਕਤ ਪੈਦਾ ਕਰਨਾ ਚਾਹੁੰਦੇ ਨੇ ਭਾਰਤੀਆਂ ਦੇ ਮਨ ਵਿੱਚ। ਕਦੀ ਉਹ ਸਵੈਮਾਨ ਦੀ ਗੱਲ ਕਰਦੇ ਨੇ, ਕਦੀ ਉਹ ਮਨ ਨੂੰ ਇਕਾਗਰ ਗੱਲ ਕਰਦੇ ਨੇ, ਕਦੀ ਉਹ ਆਲਸ ਛੱਡਣ ਦੀ ਗੱਲ ਕਰਦੇ ਨੇ, ਕਦੀ ਉਹ ਸੰਘਰਸ਼ ਦਾ ਰਸਤਾ ਜਿਹੜਾ ਹੈ ਉਹ ਤਿਆਰ ਕਰਦੇ ਨੇ, ਕਦੀ ਉਹ ਬਾਣੀ ਦੇ ਰਾਹੀਂ ਬਾਰ-ਬਾਰ ਜਿਹੜਾ ਹੈ ਉਹ ਮਨ ਨੂੰ ਕਹਿੰਦੇ ਨੇ ਕਿ ਵੀ ਇਹ ਮਨ ਨੇਕ ਨਾ ਕਿਉ ਕਰੇ, ਸੀਖ ਸਿਕਾਏ ਦਿਓ ਆਪਣੀ ਸੀ, ਦੁਰਮਤੀ ਤੇ ਨਾ ਟਰੇ, ਮਦ ਮਾਇਆ ਕੇ ਪਿਓ ਬਾਵਰੇ, ਹਰ ਜਸ ਨਾ ਉਚਰੇ, ਕਰ ਪਰਪੰਚ ਜਗਤ ਕੋ ਠੇਕੇ, अपनो उदर परे, स्वान पूछ जो होए न सुधो, कहो न कान तरे, कहो नानक भज राम नाम, नित जाके काज सरे। सो गुरु साहब सिर्फ ਜਿਹੜੀ ਸਿੰਬਲੀ ਦੇ ਰਹੇ ਨੇ ਨਾ, ਉਹ ਮਨ ਦਾ ਜਿਹੜਾ ਅੜੀਅਲ ਵੇਗ ਹੈ, ਮਨ ਦਾ ਜਿਹੜਾ ਅੜੀਅਲ ਵੇਗ ਹੈ, ਉਹਨੂੰ ਕੁੱਤੇ ਦੀ ਪੂਛ ਦੇ ਨਾਲ ਜਿਵੇਂ ਸਿੱਧੀ ਨਹੀਂ ਹੁੰਦੀ, ਉਹਦੀ ਸਿੰਬਲੀ ਦੇ ਕੇ ਸਾਡੇ ਤਰਕ ਨਾਲ ਐਵੇਂ ਨਹੀਂ ਕਨਵਿੰਸ ਕਰਦੇ, ਇੱਕ ਤਰਕ ਦਿੰਦੇ ਨੇ ਕਿ ਤਰਕ ਦੇ ਕੇ ਸਮਝਾਉਂਦੇ ਨੇ ਕਿ ਜਿੰਨਾ ਚਿਰ ਇਹ ਮਨ ਦੀ ਚੰਚਲਤਾ ਜਿਹੜੀ ਹੈ ਇਹ ਕਾਬੂ ਨਹੀਂ ਆਏਗੀ, ਅਸੀਂ ਆਪਣੇ ਅਕੀਦੇ ਵੱਲ ਨਹੀਂ ਜੁੜ ਸਕਦੇ। ਸੋ ਉਹਨਾਂ ਦੇ ਲਈ ਤਾਂ ਸਭ ਤੋਂ ਵੱਡੀ ਜਿਹੜੀ ਚਿੰਤਾ ਹੈ ਉਹ ਕੌਮੀ ਚਿੰਤਾ ਹੈ, ਦੇਸ਼ ਦੀ ਆਜ਼ਾਦੀ ਲੈਣ ਦੀ ਚਿੰਤਾ ਹੈ, ਧਰਮ ਨੂੰ ਬਚਾਉਣ ਦੀ ਚਿੰਤਾ ਹੈ,
ਇਹ ਉਹਨਾਂ ਦੀ ਨਵੀਂ ਵੱਤ ਹੈ ਤੇ ਨਵੀਂ ਵੱਤ ਦੇ ਲਈ ਜਿਹੜਾ ਉਹ ਮਾਰਗ ਦੱਸ ਰਹੇ ਨੇ, ਉਹ ਮਾਰਗ ਵੀ ਜਿਹੜਾ ਹੈ ਉਹ ਨਵਾਂ ਹੈ ਕਿ ਆਪਣੇ ਅੰਦਰ ਦ੍ਰਿੜ ਮਾਨਸਿਕ ਬਲ ਜਿਹੜਾ ਹੈ ਉਹ ਧਾਰਨ ਕਰਨਾ ਹੈ ਤੇ ਉਹ ਸ਼ਬਦ ਦੇ ਰਾਹੀਂ, ਬਾਣੀ ਦੇ ਰਾਹੀਂ ਉਹ ਮਾਨਸਿਕ ਸਬਲਤਾ ਆਏਗੀ। ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਦੇਹ ਦੀ ਬਜਾਏ ਇੱਕ ਆਤਮਾ ਸਮਝਦੇ ਹੋ, ਇੱਕ ਸ਼ਕਤੀਸ਼ਾਲੀ ਆਤਮਾ ਸਮਝਦੇ ਹੋ, ਤਾਂ ਉਹ ਆਤਮਾ ਪਰਮਾਤਮਾ ਦਾ ਹਿੱਸਾ ਹੈ ਤੇ ਜੇ ਉਹ ਪਰਮਾਤਮਾ ਦੀ ਸ਼ਕਤੀ ਦਾ ਹਿੱਸਾ ਹੈ, ਪਰਮਾਤਮਾ ਨੇ ਉਹਨੂੰ ਸ਼ਕਤੀ ਦੇਣੀ ਹੈ। ਸੋ ਗੁਰੂ ਸਾਹਿਬ ਹਿੰਦੁਸਤਾਨ ਦੀ ਜਨਤਾ ਨੂੰ ਇਸ ਕੰਮ ਦੇ ਲਈ ਉਠਾਉਂਦੇ ਨੇ, ਜਾਗਰੂਕ ਕਰਦੇ ਨੇ ਔਰ ਵਿਲਾਸਤਾ ਤੋਂ ਉਹਨਾਂ ਦਾ ਮਨ ਪਰੇ ਕਰਦੇ ਨੇ। ਬਹੁਤ ਸਾਰੇ ਵਿਦਵਾਨ ਇੱਥੇ ਆ ਕੇ ਕਹਿੰਦੇ ਨੇ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਾਰ-ਬਾਰ ਜੀਵਨ ਦੀ ਅਸਥਿਰਤਾ ਦੀ ਗੱਲ ਕਰਦੀ ਹੈ, ਨਾਸ਼ਮਾਨਤਾ ਦੀ ਗੱਲ ਕਰਦੀ ਹੈ, ਮੌਤ ਦੀ ਗੱਲ ਕਰਦੀ ਹੈ। ਤਾਂ ਇਹ ਜਿਹੜੀ ਗੱਲ ਹੈ ਇਹ ਗਿਆਨ ਦੇਣ ਵਾਲੀ ਹੈ। ਫਰੀਦ ਨੇ ਇਹ ਗੱਲ ਜਿਹੜੀ ਹੈ ਸਾਨੂੰ ਆਪਣੇ ਸ਼ੁਰੂ ਚ ਹੀ ਸਮਝਾ ਦਿੱਤੀ ਸੀਗੀ ਕਿ ਆਪਣਾ ਕਿ ਜੇ ਇਹ ਮੇਰੀ ਮਾਂ ਕਿ ਜੰਮਦਿਆਂ ਸਾਰ ਜੇ ਤੂੰ ਮੇਰਾ ਨਾੜੂ ਨਾ ਕੱਟਦੀ ਤਾਂ ਮੈਨੂੰ ਇਹ ਦੁੱਖਾਂ ਦੇ ਮਾਮਲੇ ਨਾ ਪੈਂਦੇ। ਸੋ ਗੁਰੂ ਸਾਹਿਬ ਵੀ ਜਿਹੜੇ ਨੇ ਉਹ ਇਹ ਸਾਨੂੰ ਬਾਰ-ਬਾਰ ਚਿਤਾਉਂਦੇ ਨੇ ਕਿ ਆਪਣੇ ਮਨ ਨੂੰ ਦ੍ਰਿੜ ਕਰਨ ਦੇ ਲਈ, ਮਨ ਨੂੰ ਦ੍ਰਿੜ ਕਰਨਾ ਪਏਗਾ, ਤਾਂ ਹੀ ਅਸੀਂ ਦੂਜੇ ਪਾਸੇ ਜਿਹੜਾ ਹੈ ਹਟਣਗੇ। ਸੋ ਗੁਰੂ ਸਾਹਿਬ ਦੀ ਜਿਹੜੀ ਪ੍ਰਾਪਤੀ ਹੈ, ਜਾਂ ਗੁਰੂ ਸਾਹਿਬ ਦਾ ਜਿਹੜਾ ਇਹ ਰੋਲ ਹੈ, ਜਾਂ ਗੁਰੂ ਸਾਹਿਬ ਦਾ ਜਿਹੜਾ ਯੋਗਦਾਨ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਨੇ ਆਪਣੇ ਪਿਤਾ ਤੇ ਆਪਣੇ ਪੁੱਤਰ ਦੇ ਵਿੱਚ ਇੱਕ ਇਤਿਹਾਸਕ ਕੜੀ ਦਾ ਕੰਮ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਸਾਨੂੰ ਮੀਰੀ ਤੇ ਪੀਰੀ ਦਾ ਇੱਕ ਸੰਕਲਪ ਦਿੱਤਾ ਸੀ, ਉਸ ਸੰਕਲਪ ਨੂੰ ਨਾਲ ਇੱਕ ਟਰਨ ਆਈ ਸੀ ਸਿੱਖ ਲਹਿਰ ਦੇ ਵਿੱਚ, ਤਾਂ ਗੁਰੂ ਸਾਹਿਬ ਨੇ ਉਸ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਗਤੀਮਾਨ ਕੀਤਾ। ਉਹ ਮੀਰੀ ਤੇ ਪੀਰੀ ਦਾ ਜਿਹੜਾ ਸੰਕਲਪ ਗਤੀਮਾਨ ਹੋਇਆ, ਉਸ ਤੋਂ ਬਾਅਦ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੋਈ, ਇਸ ਗੁਰੂ ਸਾਹਿਬ ਦੀ ਸ਼ਹਾਦਤ ਨੇ ਅਨੇਕਾਂ ਸੂਰਬੀਰਾਂ ਨੂੰ ਪੈਦਾ ਕੀਤਾ, ਅਨੇਕਾਂ ਸੂਰਬੀਰਾਂ ਨੂੰ, ਜਿਨ੍ਹਾਂ ਨੇ ਦੇਸ਼ ਦੀ ਖਾਤਰ, ਜਿਨ੍ਹਾਂ ਨੇ ਆਪਣੀ ਗੈਰਤ ਦੀ ਖਾਤਰ, ਧਰਮ ਦੀ ਖਾਤਰ ਆਪਣੀਆਂ ਜਾਨਾਂ ਦਿੱਤੀਆਂ। ਗੁਰੂ ਸਾਹਿਬ ਨੇ ਜਾਨ ਦਿੱਤੀ, ਗੁਰੂ ਸਾਹਿਬ ਨੇ ਆਪਣਾ ਸੀਸ ਵਾਰਿਆ, ਕਿਉਂਕਿ ਏਡੀ ਵੱਡੀ ਏਡੇ ਵੱਡੇ ਮੁਗਲ ਸਾਮਰਾਜ ਨਾਲ ਟਕਰਾਣਾ ਇੱਕ ਏਡੀ ਵੱਡੀ ਗੱਲ ਸੀ। ਇੱਕ ਦੇਵੀ ਆਤਮਾ ਹੀ ਇਸ ਤਰ੍ਹਾਂ ਦਾ ਕਾਰਜ ਕਰ ਸਕਦੀ ਹੈ ਕਿ ਇਸ ਪਾਸੇ ਏਡਾ ਵੱਡਾ ਮੁਗਲ ਸਾਮਰਾਜ ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਜਾ ਰਹੇ ਨੇ ਕਸ਼ਮੀਰੀ ਪੰਡਤਾਂ ਦੀ ਬਾਹ ਫੜ ਕੇ, ਤੇ ਉਹਨਾਂ ਨੂੰ ਪਤਾ ਹੈ ਕਿ ਮੇਰੇ ਨਾਲ ਇਹੀ ਪਾਣਾ ਵਾਪਰਨਾ ਹੈ। ਪਰ ਹਿੰਮਤ ਦੇਖੋ, ਜੁਰਤ ਦੇਖੋ, ਤਾਕਤ ਦੇਖੋ, ਡਰਦੇ ਨਹੀਂ। ਔਰੰਗਜ਼ੇਬ ਵੱਲੋਂ ਭਾਵੇਂ 2 ਆਪਸ਼ਨ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਜੀ ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਦੀ ਸ਼ਕਤੀ ਦਿਖਾ ਦਿਓ, ਗੁਰੂ ਸਾਹਿਬ ਨਹੀਂ ਇਹਨਾਂ ਕੰਮਾਂ ਦੇ ਵਿੱਚ ਪੈਂਦੇ। ਉਹ ਤਾਂ ਕਹਿੰਦੇ ਨੇ ਕਿ ਜਿੰਨੀ ਮਰਜ਼ੀ ਅਤੀ ਕਰ ਲੈ, ਤੇਰੀ ਅਤੀ ਦੀ ਵੀ ਅਤੀ ਹੈ ਤੇ ਮੇਰੀ ਅਤੀ ਦੀ ਵੀ ਅਤੀ ਹੈ ਕਿ ਮੈਂ ਡੋਲਣਾ ਨਹੀਂ, ਸੀਸ ਦਿਆ ਪਰ ਸਿਰੜ ਨਾ ਦਿਆ। ਇਹ ਵਿਸ਼ਵ ਦੇ ਵਿੱਚ ਏਡੀ ਵੱਡੀ ਜਿਹੜੀ ਸ਼ਹਾਦਤ ਦਾ ਪ੍ਰਤੀਮਾਨ ਜਿਹੜਾ ਸਿਰਜ ਦੇਣਾ ਨਾ, ਇਹ ਬਹੁਤ ਵੱਡੀ ਗੱਲ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਨਵੇਂ ਸੰਕਲਪ ਦਿੱਤੇ, ਆਜ਼ਾਦੀ ਦਾ ਸੰਕਲਪ, ਗੈਰਤਮੰਦ ਜਿਹੜੀ ਜ਼ਿੰਦਗੀ ਜੀਣ ਦਾ ਜਿਹੜਾ ਸੰਕਲਪ ਹੈ, ਸਾਹਸ ਦਾ ਸੰਕਲਪ ਹੈ, ਨਿਧੜਕਤਾ ਦਾ ਸੰਕਲਪ ਹੈ, ਦਲੇਰੀ ਨਾਲ ਲੜਨ ਦਾ ਸੰਕਲਪ ਹੈ, ਮਰਨ ਦਾ ਸੰਕਲਪ ਹੈ, ਧਰਮ ਦੇ ਲਈ ਮਰਨ ਦਾ ਸੰਕਲਪ ਹੈ। ਇਹ ਸੰਕਲਪ ਜਿਹੜੇ ਸੀ ਭਾਵੇਂ ਗੁਰੂ ਨਾਨਕ ਦੇਵ ਜੀ ਨੇ ਬੀਜੇ ਸੀਗੇ, ਹੈ ਨਾ, ਪਰ ਗੁਰੂ ਨਾਨਕ ਦੇਵ ਜੀ ਦੇ ਬੀਜੇ ਹੋਏ ਜਿਹੜੇ ਸੰਕਲਪ ਨੇ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਇੱਕ ਨਵਾਂ ਰਸਤਾ ਤਿਆਰ ਕੀਤਾ। ਖਾਲਸਾ ਸਿਰਜਣਾ ਹੋਈ 18ਵੀਂ ਸਦੀ ਦੇ ਵਿੱਚ, ਜਿਹੜਾ ਸਿੱਖ ਰਾਜ ਲਿਆ ਗਿਆ, ਉਹਦੇ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਬਹੁਤ ਵੱਡਾ ਉਹਨਾਂ ਦਾ ਇਹ ਜਿਹੜਾ ਹੈ ਬਲੀਦਾਨ ਹੈ। ਹੁਣ ਜੇ ਮੈਂ ਉਹਨਾਂ ਦੀ
ਇਹ ਬਾਣੀ ਵਾਲੇ ਪਾਸੇ ਆਨੀ ਆ ਤਾਂ ਬਾਣੀ ਦੇਖੋ ਸਾਨੂੰ 57 ਸ਼ਲੋਕਾਂ ਚ ਮਿਲਦੀ ਹੈ, 59 ਸ਼ਬਦਾਂ ਚ ਮਿਲਦੀ ਹੈ, 15 ਰਾਗਾਂ ਦੇ ਵਿੱਚ ਮਿਲਦੀ ਹੈ। ਬੜੀ ਸ਼ਾਂਤ ਰਸ ਦੀ ਬਾਣੀ ਹੈ। ਕਿੱਥੇ ਉਹ ਸਿਰੜਤਾ ਪੈਦਾ ਕਰਦੇ ਨੇ, ਪਰ ਨਾਲ ਦੀ ਨਾਲ ਸ਼ਾਂਤ ਰਸ ਦੇ ਨਾਲ ਇਹ ਜਿਹੜੀ ਹੈ ਨਾ ਉਹ ਗੱਲ ਕਰਦੇ ਨੇ। ਸੋ ਇਹ ਵਿਰੋਧੀ ਜੁਜ਼ਾਂ ਨਾਲ ਗੱਲ ਕਰਦੇ ਨੇ, ਕਿਉਂਕਿ ਵਿਰੋਧੀ ਜੁਜ਼ਾਂ ਦੇ ਨਾਲ ਤਣਾਅ ਦੀ ਸਪਸ਼ਟਤਾ ਹੁੰਦੀ ਹੈ, ਤਣਾਅ ਦੀ ਸਪਸ਼ਟਤਾ ਹੁੰਦੀ ਹੈ। ਸੋ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜੇ ਦੇਖਿਆ ਜਾਏ ਤਾਂ ਵਿਰੋਧੀ ਜੁਜ਼ ਕਿਹੜੇ ਨੇ? ਇੱਕ ਸੱਚ ਤੇ ਕੂੜ ਦਾ, ਇੱਕ ਬੰਧਨ ਤੇ ਮੁਕਤੀ ਦਾ, ਇੱਕ ਵਿਯੋਗ ਤੇ ਸੰਜੋਗ ਦਾ। ਇਹ ਤਿੰਨ ਸੰਕਲਪੀ ਜੁਟ ਬਣੇ ਹੋਏ ਨੇ ਕਿ ਮਨੁੱਖ ਨੂੰ ਸੱਚ ਦੇ ਰਾਹ ਤੇ ਲੈ ਕੇ ਜਾਣ, ਮਨੁੱਖ ਨੂੰ ਹਰ ਤਰ੍ਹਾਂ ਦੇ ਬੰਧਨ ਤੋਂ ਮੁਕਤ ਕਰਨ ਦਾ, ਤੇ ਮਨੁੱਖ ਨੂੰ ਜਿਹੜਾ ਵਿਯੋਗਿਆ ਹੋਇਆ ਪਰਮਾਤਮਾ ਤੋਂ ਆਪਣੇ ਹੰਕਾਰ ਕਰਕੇ, ਆਪਣੇ ਦੁਨਿਆਵੀ ਮੋਹ ਮਾਇਆ ਕਰਕੇ ਉਹਨੂੰ ਸੰਜੋਗ ਤੱਕ ਪ੍ਰਾਪਤ ਕਰਨਾ। ਇਹ ਸੰਜੋਗ ਹੀ ਜਿਹੜਾ ਹੈ ਇਹ ਸ਼ਬਦ ਦੇ ਨਾਲ ਉਹਨੂੰ ਜੋੜਦਾ ਹੈ। ਤੇ ਸ਼ਬਦ ਤੋਂ ਲੈ ਕੇ ਸ਼ਹਾਦਤ ਤੱਕ ਦਾ ਜਿਹੜਾ ਇਹ ਸਫ਼ਰ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੇ ਉਹਨਾਂ ਦੇ ਕੀਤੇ ਦਿੱਤੇ ਯੋਗਦਾਨ ਦਾ ਇਹ ਸਫ਼ਰ ਹੈ। ਔਰ ਮੈਂ ਗੱਲ ਕਰ ਰਹੀ ਸੀਗੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ, ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਲੋਕ ਹੈਗੇ ਨੇ ਉਹ ਦੋ ਤੁਕਾਂ ਵਾਲੇ ਸ਼ਬਦ ਨੇ। ਅਜੇ ਕਿ ਬਾਣੀ ਦੇ ਵਿੱਚ 15, 16, 20, 25 ਪੰਕਤੀਆਂ ਦੇ ਵੀ ਸ਼ਬਦ ਨੇ, ਸ਼ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਵਰਤੇ ਨੇ। ਤੇ ਜਿਹੜਾ ਸ਼ਲੋਕ ਹੈ ਇਹਦੀ ਤਸੀਰ ਕੀ ਹੈ? ਇਹ ਉਪਦੇਸ਼ ਦੇਣ ਵਾਲਾ ਹੁੰਦਾ ਹੈ, ਇਹ ਇੱਕ ਵਿਸ਼ਾ ਉਸਾਰਨ ਵਾਲਾ ਹੁੰਦਾ ਹੈ, ਜਾਂ ਇੱਕ ਜਿਹੜੀ ਅਸੀਂ ਕਹਿੰਦੇ ਨਾ ਕਿ ਖਾਸ ਭਾਵ ਸਥਿਤੀ ਨੂੰ ਦੱਸਣ ਵਾਲਾ ਹੁੰਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜਿਹੜੇ ਸ਼ਲੋਕ ਨੇ ਇੱਕ ਖਾਸ ਵਿਸ਼ੇ ਦੇ ਅੰਤਰਗਤ ਜਿਹੜੇ ਨੇ ਉਹ ਲਿਖੇ ਨੇ, ਜਿਹਦੇ ਵਿੱਚ ਬਾਰ-ਬਾਰ ਮਨ ਨੂੰ ਕੰਟਰੋਲ ਕਰਨਾ, ਬਾਰ-ਬਾਰ ਬੰਧਨ ਤੋਂ ਮੁਕਤੀ ਵਾਲੇ ਪਾਸੇ ਆਣਾ, ਤੇ ਬਾਰ-ਬਾਰ ਜਿਹੜਾ ਹੈ ਉਹ ਸ਼ਬਦ ਨਾਲ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ, ਕਿ ਪਰਮਾਤਮਾ ਨਾਲ ਜੁੜ ਕੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ, ਹੈ ਨਾ। ਇਸੇ ਤਰ੍ਹਾਂ ਉਹਨਾਂ ਦੀਆਂ ਬਹੁਤ ਸਾਰੀਆਂ ਤੁਕਾਂ ਨੇ ਕਿ ਜਿਹਦੇ ਵਿੱਚ ਉਹ ਕਹਿੰਦੇ ਨੇ ਜੇ ਖੁਸ਼ੀ ਲੈਣੀ ਹੈ ਤਾਂ ਪਰਮਾਤਮਾ ਦੇ ਨਾਲ ਜੁੜਨਾ ਪਏਗਾ। ਸੋ ਇਹ ਸਾਰੀ ਬਾਣੀ ਜਿਹੜੀ ਹੈ ਇਹ ਅਧਿਆਤਮਿਕੀ ਮੁਹਾਵਰੇ ਦੇ ਵਿੱਚ ਲਿਖੀ ਹੋਈ ਹੈ, ਪਰ ਅਧਿਆਤਮਿਕੀ ਮੁਹਾਵਰੇ ਦੇ ਵਿੱਚ ਲਿਖੇ ਹੋਣ ਦੇ ਬਾਵਜੂਦ ਇਹਦੇ ਵਿੱਚ ਅਮੂਰਤ ਸੰਕਲਪ ਨਹੀਂ ਹੈ। ਇਹਦਾ ਜਿਹੜਾ ਸਮਾਜਿਕ ਸੁਨੇਹਾ ਹੈ ਜਾਂ ਇਹਦੇ ਨਾਲ ਜਿਹੜੇ ਜੁੜੇ ਹੋਏ ਸਮਾਜਿਕ ਤੇ ਰਾਜਸੀ ਸੰਕਲਪ ਹੈਗੇ ਨੇ, ਇਸ ਬਾਣੀ ਨੂੰ ਇੱਕ ਕ੍ਰਾਂਤੀਕਾਰੀ ਭਾਵਨਾ ਦਿੰਦੇ ਨੇ, ਇੱਕ ਕ੍ਰਾਂਤੀਕਾਰੀ ਸੁਰ ਦਿੰਦੇ ਨੇ। ਇਸੇ ਕਰਕੇ ਬਾਕੀ ਭਗਤਾਂ ਦੇ ਨਾਲੋਂ ਸਾਡੇ ਜਿਹੜੀ ਭਗਤੀ ਲਹਿਰ ਚੱਲੀ ਸੀ, ਭਗਤੀ ਲਹਿਰ ਤੇ ਸਿੱਖ ਲਹਿਰ ਦਾ ਫਰਕ ਕੀ ਸੀਗਾ? ਭਗਤੀ ਲਹਿਰ ਜਿਹੜੀ ਹੈਗੀ ਸੀ ਉਹ ਬਹੁਤ, ਜਿਵੇਂ ਕਬੀਰ ਹੈ, ਰਵਿਦਾਸ ਹੈ, ਉਹਨਾਂ ਦਾ ਸਵਰ ਕ੍ਰਿਟੀਕਲ ਹੈਗਾ, ਪਰ ਜਿਹੜੀ ਦੱਖਣ ਵਿੱਚ ਜਿਹੜੀ ਭਾਰਤੀ ਲਹਿਰ ਚੱਲੀ ਸੀ ਉਹਦੇ ਵਿੱਚ ਜ਼ਿਆਦਾ ਆਰਾਧਨਾ ਦੇ ਗੀਤ ਸਨ। ਸੋ ਸਿੱਖ ਗੁਰੂਆਂ ਨੇ ਇਸ ਭਗਤੀ ਨੂੰ ਸ਼ਕਤੀ ਦੇ ਵਿੱਚ ਕਨਵਰਟ ਕੀਤਾ। ਉਹਨਾਂ ਨੇ ਕੇਵਲ ਲਿਖਿਆ ਨਹੀਂ ਹੈ, ਉਹਨਾਂ ਨੇ ਕੇਵਲ ਗੀਤ ਨਹੀਂ ਗਾਏ ਹੈਗੇ ਆਰਾਧਨਾ ਦੇ ਗੀਤ, ਉਹਨਾਂ ਨੇ ਤਾਂ ਇਸ ਆਰਾਧਨਾ ਦੇ ਗੀਤਾਂ ਤੋਂ ਚੱਲ ਕੇ ਸ਼ਕਤੀ ਨੂੰ ਪ੍ਰਯੋਗ ਕੀਤਾ, ਔਰ ਸਹੀ ਅਰਥਾਂ ਦੇ ਵਿੱਚ ਜਿਹੜੀ ਅਸੀਂ ਕਹਿੰਦੇ ਨਾ ਵੈਰਾਗ ਦੀ ਭਾਵਨਾ, ਉਸ ਵੈਰਾਗ ਦੀ ਭਾਵਨਾ ਨੂੰ ਇੱਕ ਕ੍ਰਾਂਤੀਕਾਰੀ ਵੈਰਾਗ ਬਣਾਇਆ, ਕ੍ਰਾਂਤੀਕਾਰੀ ਵਿਰਾਗ ਬਣਾਇਆ। ਔਰ ਇਹਨਾਂ ਨੇ ਮਤਲਬ ਦੇਸ਼ ਦੀ ਲੋੜ ਨੂੰ ਸਮਝਿਆ, ਦੇਸ਼ ਦੇ ਸਾਹਮਣੇ ਪਈਆਂ ਹੋਈਆਂ ਵਿਪਤਾਵਾਂ ਦਾ ਜਿੰਮਾ ਆਪਣੇ ਉੱਤੇ ਲਿਆ। ਸੋ ਬਾਣੀ ਰਾਹੀਂ ਵੀ, ਆਪਣੀ ਕਰਮ ਰਾਹੀਂ ਵੀ, ਆਪਣੀ ਸ਼ਖਸੀਅਤ ਰਾਹੀਂ ਵੀ ਉਹਨਾਂ ਨੇ ਹਿੰਦੁਸਤਾਨ ਨੂੰ ਇੱਕ ਨਵਾਂ ਬਲ ਬਖਸ਼ਿਆ। ਜਿਵੇਂ ਡਾਕਟਰ ਗੁਰਮੀਤ ਸਿੰਘ ਕਹਿ ਰਹੇ ਹੈਗੇ ਸੀਗੇ ਕਿ ਸਾਨੂੰ ਸਾਰੇ ਹਿੰਦੁਸਤਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ, ਪਲ ਪਲ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਸੁੱਤੀ ਹੋਈ ਮੋਈ ਹੋਈ ਮੁਰਦਾ ਕੌਮ ਦੇ ਮਨ ਦੇ ਵਿੱਚ ਇੰਨੀ ਸ਼ਕਤੀਸ਼ਾਲੀ ਭਾਵਨਾ ਜਿਹੜੀ ਪੈਦਾ ਕੀਤੀ ਹੈ। ਸੋ ਮੁਰਦਾ ਕੌਮ ਦੇ ਵਿੱਚ ਜਾਂ ਬੇਖਬਰ ਹੋਈ ਕੌਮ ਦੇ ਵਿੱਚ ਜਾਂ ਇਹ ਸੋਚ ਲੈਣਾ ਕਿ ਬਈ ਜੋ ਹੁੰਦਾ ਹੋ ਹੀ ਜਾਵੇ, ਕਿਉਂਕਿ ਉਸ ਵੇਲੇ ਕੋਈ ਯੋਧਾ ਤੇ ਨਿਤਰਿਆ ਹੀ ਨਹੀਂ,
ਸੋ ਗੁਰੂਆਂ ਨੇ ਇਸ ਆਪਣੇ ਸ਼ਕਤੀਸ਼ਾਲੀ ਸੰਕਲਪ ਦੇ ਨਾਲ, ਕਰਮਾਂ ਦੇ ਨਾਲ, ਭਗਤੀ ਤੋਂ ਆ ਕੇ ਸ਼ਕਤੀ ਜਿਹੜੀ ਗ੍ਰਹਿਣ ਕੀਤੀ ਤੇ ਇਸ ਸ਼ਕਤੀ ਦੇ ਨਾਲ ਹੀ ਹਿੰਦੁਸਤਾਨ ਦੀ ਹੋਣੀ ਨੂੰ ਬਦਲ ਕੇ ਰੱਖ ਦਿੱਤਾ। ਸੋ ਇਹੀ ਭਾਵ ਜਿਹੜੇ ਨੇ ਉਹ ਉਹਨਾਂ ਦੀ ਬਾਣੀ ਵਿੱਚ ਨੇ। ਬਾਣੀ ਜਿਹੜੀ ਹੈ ਉਹ ਉਹਦੇ ਟੋਟਲ ਜੇ ਅਸੀਂ ਦੇਖੀਏ ਤੇ ਹਰ ਤਰ੍ਹਾਂ ਜਿਵੇਂ ਡਾਕਟਰ ਗੁਰਮੀਤ ਸਿੰਘ ਨੇ ਦੱਸਿਆ, ਇੰਨੇ ਬਿੰਬ ਨੇ। ਬਿੰਬ ਜਿਹੜੇ ਨੇ ਤੁਹਾਡੇ ਸਾਹਮਣੇ ਸਜੀਵ ਰੂਪ ਧਾਰਨ ਕਰਦੇ ਨੇ, ਉਸ ਸਥਿਤੀ ਨੂੰ ਸਜੀਵ ਰੂਪ ਦੇ ਵਿੱਚ ਪੇਸ਼ ਕਰ ਦਿੰਦੇ ਨੇ। ਇਸੇ ਕਰਕੇ ਜੇ ਤੁਸੀਂ ਦੇਖਿਆ ਜਾਏ, ਇੱਕ ਨਾਟਕੀ ਰੰਗਣ ਵੀ ਬਹੁਤ ਹੈ, ਡਰਾਮੈਟਿਕ ਸਿਚੁਏਸ਼ਨਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ। ਤੁਹਾਨੂੰ ਉਹ ਕਹਿੰਦੇ ਰਹਿਣਗੇ, ਦੱਸਦੇ ਰਹਿਣਗੇ ਕਿ ਵੀ ਇਹ ਸਾਰੇ ਰਿਸ਼ਤੇ ਝੂਠੇ ਨੇ, ਹੈ ਨਾ, ਇਹ ਸਾਰੀ ਚੀਜ਼ਾਂ ਛਿਨ ਭਰ ਹੈਗੀਆਂ ਨੇ। ਤੁਹਾਨੂੰ ਲੱਗਦਾ ਹੈ ਕਿ ਕਾਲੀ ਬੋਲੀ ਰਾਤ ਆ ਗਈ। ਜੇ ਮਾਂ ਪਿਓ ਵੀ ਝੂਠੇ ਨੇ, ਧਰਮ ਵੀ ਝੂਠਾ ਹੈ, ਸ੍ਰਿਸ਼ਟੀ ਵੀ ਝੂਠੀ ਹੈ, ਪਦਾਰਥ ਵੀ ਝੂਠੇ ਨੇ, ਅਸੀਂ ਕਿੱਥੋਂ ਜਾ ਕੇ ਇਹ ਸ਼ਕਤੀ ਲਈਏ, ਹੈ। ਪਰ ਨਾਲ ਦੀ ਨਾਲ ਇੱਕ ਟਵਿਸਟ ਕਰਕੇ ਦੱਸਣਗੇ ਕਿ ਜੇ ਪਰਮਾਤਮਾ ਹੈ, ਜੇ ਤੁਸੀਂ ਪਰਮਾਤਮਾ ਦੇ ਲੜ ਲੱਗ ਜਾਓ ਤੇ ਜਿਹੜੀ ਇਹ ਚਾਨਣਾ ਹੀ ਚਾਨਣਾ ਤੁਹਾਡੀ ਰੂਹ ਦੇ ਵਿੱਚ ਹੋ ਜਾਏਗਾ। ਸੋ ਇਹ ਪਰਮਾਤਮਾ ਦੇ ਨਾਲ ਦੇਖੋ, ਇਹ ਤਾਂ ਗੁਰਮਤਿ ਵਿਚਾਰਧਾਰਾ ਦੀ ਸਭ ਤੋਂ ਵੱਡੀ ਜਿਹੜੀ ਪਛਾਣ ਹੀ ਇਹ ਹੈ ਕਿ ਅਧਿਆਤਮਕ ਧਾਰਾ ਹੈ, ਔਰ ਇਹ ਬ੍ਰਹਮ ਦੇ ਨਾਲ ਜੁੜੀ ਹੋਈ ਹੈ ਤੇ ਪਰਮਾਤਮਾ ਦੇ ਨਾਲ ਹੀ ਮਨੁੱਖ ਨੂੰ ਜੋੜਨਾ ਚਾਹੁੰਦੀ ਹੈ, ਕਿਉਂਕਿ ਪਰਮਾਤਮਾ ਦੀ ਸਭ ਤੋਂ ਵੱਡੀ ਸ਼ਕਤੀ ਮੰਨਦੇ ਨੇ, ਹੈ ਨਾ। ਤੇ ਪਰਮਾਤਮਾ ਦੀ ਸ਼ਕਤੀ ਦੇ ਨਾਲ ਜੁੜੇ ਹੀ ਮਨੁੱਖ ਜਿਹੜਾ ਹੈ ਉਹ ਸ਼ਕਤੀਮਾਨ ਹੋ ਸਕਦਾ ਹੈ। ਜੇ ਅਸੀਂ ਅੱਜ ਵੀ, ਅੱਜ ਦੇ ਦੌਰ ਵਿੱਚ ਵੀ ਜੇ ਅਸੀਂ ਦੇਖੀਏ ਕਿ ਵੀ ਗੁਰੂ ਸਾਹਿਬ ਦੀ ਜਿਹੜੀ ਇਹ ਉਹਨਾਂ ਨੇ ਸਾਨੂੰ ਦਿੱਤੀ ਹੈ, ਬਾਣੀ ਦਿੱਤੀ ਹੈ, ਇਹਦੀ ਕੀ ਪ੍ਰਸੰਗਿਕਤਾ ਹੈ, ਤਾਂ ਤੁਸੀਂ ਇਹ ਦੇਖੋ ਕਿ ਅੱਜ ਵੀ 21ਵੀਂ ਸਦੀ ਵਿੱਚ ਵੀ ਕੀ, 20ਵੀਂ ਸਦੀ ਵਿੱਚ ਵੀ ਕੀ, ਮਨੁੱਖ ਆਪਣੇ ਅੱਜ ਵੀ ਲੋਭ, ਮੋਹ, ਹੰਕਾਰ ਵਿੱਚ ਇੰਨਾ ਡੁੱਬਿਆ ਹੋਇਆ ਹੈ ਕਿ ਪਰਮਾਤਮਾ ਨਾਮ ਦੀ ਚੀਜ਼ ਜਿਹੜੀ ਹੈ ਉਹ ਭੁੱਲ ਗਿਆ। ਸੋ ਗੁਰੂ ਸਾਹਿਬ ਅੱਜ ਵੀ ਉਹਨੂੰ ਪਰਮਾਤਮਾ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਉਹਨੂੰ ਬਲ ਗ੍ਰਹਿਣ ਕਰਨ ਨੂੰ ਕਹਿੰਦੇ ਨੇ। ਸੋ ਦੋ ਸਥਿਤੀਆਂ ਤੁਹਾਡੇ ਸਾਹਮਣੇ ਪੈਦਾ ਕਰਦੇ ਨੇ ਕਿ ਜਾਂ ਤਾਂ ਤੁਸੀਂ ਬਲਹੀਨ ਹੋ ਜਾਓ ਤੇ ਜਾਂ ਤੁਸੀਂ ਬਲਪੂਰਵਕ ਹੋ ਜਾਓ। ਜੇ ਤੁਸੀਂ ਬਲਪੂਰਵਕ ਹੋਵੋਗੇ, ਜੇ ਤੁਹਾਡੇ ਅੰਦਰ ਬਲ ਹੋਏਗਾ ਤੇ ਬਲ ਹੋਆ ਬੰਧਨ ਛੁਟੇ, सब कुछ हो तो पाए, नानक सब कुछ तुम्हारे हाथ में, तुम ही हो सहाय। ते जे तुहाडे कोल बल नहीं है तो बल छुट के बंधन परे, फिर तो बहुत ही बंधन है। बल छुट के बंधन परे, फिर तुसी किसी भी चीज नू ग्रहण करन दे ते किसी भी चीज नू अचीव करन दे हकदार नहीं। सो अज भी इन्हां तपदे समयां दे विच, इन्हां कलयुगी जिहड़ियां शक्तियां ਦੇ ਵਿੱਚ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਸਾਡੇ ਮਨ ਨੂੰ ਠਾਰਦੀ ਹੈ, ਸਾਡੇ ਮਨ ਨੂੰ ਇੱਕ ਸਹਿਜ ਦਿੰਦੀ ਹੈ, ਸਾਡੇ ਮਨ ਨੂੰ ਸਬਰ ਦਿੰਦੀ ਹੈ, ਸਾਡੇ ਮਨ ਨੂੰ ਸਬਲਤਾ ਪ੍ਰਦਾਨ ਕਰਦੀ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਨਾਲ ਜੁੜਨਾ ਅੱਜ ਵੀ ਵਿਸ਼ਵੀ ਪ੍ਰਸੰਗ ਦੇ ਵਿੱਚ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡੀ ਨਵੀਂ ਪਨੀਰੀ ਜਿੰਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸ਼ਿਕਾਰ ਹੋ ਚੁੱਕੀ ਹੈ, ਉਹਨੂੰ ਉਹਦੇ ਵਿੱਚੋਂ ਕੱਢਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਸੋ ਇੰਨੀਆਂ ਗੱਲਾਂ ਕਹਿ ਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।